ਹੈਲੋ ਫਰੈਂਡਸ, ਅੱਜ ਦੀ ਵੀਡੀਓ 'ਚ ਆਪਾਂ ਦੇਖਾਂਗੇ NPS ਬਾਰੇ, ਯਾਨੀ ਕਿ ਨੋ ਪੈਨਸ਼ਨ ਸਿਸਟਮ ਨਿਊ ਪੈਨਸ਼ਨ ਸਿਸਟਮ ਬਾਰੇ। ਤਾਂ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗਾ ਕਿ NPS ਕੀ ਹੈ, ਇਸ ਦਾ ਸਟਰਕਚਰ ਕੀ ਹੈ, ਪੈਸਾ ਕਿੱਥੇ ਇਨਵੈਸਟ ਹੁੰਦਾ ਹੈ, ਪੈਸਾ ਆਪਾਂ ਕਿਵੇਂ ਕਢਵਾ ਸਕਦੇ ਹਾਂ ਤੇ ਇਹਦੇ ਕੀ ਫਾਇਦੇ ਨੇ ਤੇ ਇਸ ਦੇ ਕੀ ਨੁਕਸਾਨ ਨੇ। ਵੀਡੀਓ ਥੋੜੀ ਲੰਬੀ ਹੋ ਸਕਦੀ ਹੈ, ਪਰ ਇਸ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵਿੱਚ ਮੈਂ ਬਹੁਤ ਮਹੱਤਵਪੂਰਨ ਜਾਣਕਾਰੀ ਦੇਣ ਜਾ ਰਿਹਾ। ਤਾਂ ਆਜੋ ਸ਼ੁਰੂ ਕਰਦੇ ਹਾਂ। NPS ਜਨਵਰੀ 1 2004 ਵਿੱਚ ਸੈਂਟਰਲ ਗਵਰਨਮੈਂਟ ਵੱਲੋਂ ਸ਼ੁਰੂ ਕੀਤੀ ਗਈ ਸੀਗੀ, ਯਾਨੀ ਕਿ ਉਦੋਂ ਸਰਕਾਰ ਨੇ ਆਪਦੇ ਹੱਥ ਖੜੇ ਕਰ ਦਿੱਤੇ ਸੀਗੇ ਸਰਕਾਰੀ ਕਰਮਚਾਰੀਆਂ ਨੂੰ ਪੈਨਸ਼ਨ ਦੇਣ ਲਈ। ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਹੈਗਾ ਹੋਰ ਵੀ ਸਟੇਟ ਦੀਆਂ ਗਵਰਨਮੈਂਟਸ ਨੇ ਇਸ ਨੂੰ ਅਡਾਪਟ ਕੀਤਾ ਤੇ ਆਪਦੇ ਕਰਮਚਾਰੀਆਂ ਤੇ ਲਾਗੂ ਕਰ ਦਿੱਤਾ। ਤੇ ਇਸ ਦੇ ਨਾਲ ਹੀ ਆਮ ਜਿਹੜੇ ਨਾਗਰਿਕ ਸੀਗੇ ਉਹਨਾਂ ਦੇ ਲਈ ਮਈ 1 2009 ਤੋਂ ਇਹਨੂੰ ਅਵੇਲੇਬਲ ਕਰ ਦਿੱਤਾ। ਯਾਨੀ ਕਿ ਪਹਿਲਾਂ ਤਾਂ ਸ਼ੁਰੂਆਤ ਤਾਂ ਇਹਦੀ ਕੀਤੀ ਗਈ ਸੀਗੀ ਸਿਰਫ ਕਰਮਚਾਰੀਆਂ ਲਈ, ਪਰ 1 ਮਈ 2009 ਤੋਂ ਕੋਈ ਵੀ ਇੰਡੀਅਨ ਸਿਟੀਜ਼ਨ ਇਨਕਲੂਡਿੰਗ NRI, ਚਾਹੇ ਉਹ NRI ਹੈ, ਉਹ ਵੀ ਇਸ ਵਿੱਚ ਆਪਦਾ ਖਾਤਾ ਖੁਲਾ ਸਕਦਾ ਸੀ, NPS ਅਕਾਊਂਟ ਓਪਨ ਕਰਵਾ ਸਕਦਾ ਸੀ। ਹੁਣ ਗੱਲ ਕਰਦੇ ਹਾਂ ਕਿ NPS ਦੀ ਐਂਟਾਈਟੀਜ਼ ਕੌਣ ਨੇ, ਯਾਨੀ ਕਿ NPS ਦੇ ਘਟਕ ਕੌਣ ਨੇ ਜਾਂ NPS ਵਿੱਚ ਕੀ ਚੀਜ਼ ਸ਼ਾਮਲ ਹੈ। ਤਾਂ ਸਭ ਤੋਂ ਉੱਪਰ ਆਉਂਦਾ ਹੈ PFRDA, ਯਾਨੀ ਕਿ ਪੈਨਸ਼ਨ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ, ਜੋ ਕਿ ਫਾਈਨੈਂਸ ਡਿਪਾਰਟਮੈਂਟ ਦਾ ਇੱਕ ਅਦਾਰਾ ਹੈ ਜੋ ਫਾਈਨੈਂਸ ਡਿਪਾਰਟਮੈਂਟ ਦੇ ਅੰਡਰ ਕੰਮ ਕਰਦਾ ਹੈ। ਜਿਵੇਂ ਬੈਂਕਾਂ ਦੇ ਉੱਤੇ RBI ਹੁੰਦਾ ਹੈ, ਇਸੇ ਤਰ੍ਹਾਂ ਸ਼ੇਅਰ ਮਾਰਕੀਟ ਦੇ ਉੱਤੇ SEBI, ਉਸੇ ਤਰ੍ਹਾਂ ਜੋ ਪੈਨਸ਼ਨ ਵਾਲੀਆਂ ਸਕੀਮਸ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਕੰਟਰੋਲ ਕਰਨ ਲਈ PFRDA ਹੁੰਦਾ ਹੈ। ਹੁਣ PFRDA ਨੇ NPS ਟਰਸਟ ਦਾ ਨਿਰਮਾਣ ਕੀਤਾ। NPS ਟਰਸਟ ਦੇ ਜਿਹੜੇ ਵੀ CEO ਵਗੈਰਾ ਹੁੰਦੇ ਆ ਜਾਂ ਹੋਰ ਜਿਹੜੇ ਮਹੱਤਵਪੂਰਨ ਅਹੁਦੇ 'ਤੇ ਵਿਅਕਤੀ ਹੁੰਦੇ ਆ, ਉਹਨਾਂ ਦੀ ਜੋ ਨਿਯੁਕਤੀ ਹੈ ਉਹ PFRDA ਦੁਆਰਾ ਕੀਤੀ ਜਾਂਦੀ ਹੈ ਤੇ ਜੋ ਵੀ ਇਹਦੇ ਉੱਤੇ ਕੰਟਰੋਲ ਹੈ ਉਹ PFRDA ਦੁਆਰਾ ਕੀਤਾ ਜਾਂਦਾ ਹੈ। ਇਹਦੇ ਚੇਅਰਮੈਨ, ਟਰਸਟੀ ਤੇ CEO NPS ਟਰਸਟ ਦੇ PFRDA ਦੁਆਰਾ ਅਪੁਆਇੰਟ ਕੀਤੇ ਜਾਂਦੇ ਨੇ। ਹੁਣ NPS ਟਰਸਟ ਦਾ ਇਹ ਕੰਮ ਹੈ ਕਿ ਉਹ ਜਿੰਨੇ ਵੀ ਉਹਦੇ ਵਿੱਚ ਖਾਤੇ ਹੈਗੇ ਆ, NPS ਅਕਾਊਂਟ ਹੈਗੇ ਆ, ਉਹਨਾਂ ਬਾਰੇ ਜੋ ਵੀ ਨਿਰਣਾ ਲੈਣਾ ਹੈ ਉਹ NPS ਟਰਸਟ ਲੈਂਦਾ ਹੈ। ਉਹ ਤੋਂ ਬਾਅਦ ਆਪਣੇ ਆ ਜਾਂਦੇ ਆ ਪੈਨਸ਼ਨ ਫੰਡ ਮੈਨੇਜਰਸ। ਪੈਨਸ਼ਨ ਫੰਡ ਮੈਨੇਜਰਸ ਉਹ ਮੈਨੇਜਰ ਨੇ ਜਿਹੜੇ ਸਾਡੇ ਪੈਨਸ਼ਨ ਦੇ ਫੰਡ ਨੂੰ ਮੈਨੇਜ ਕਰਦੇ ਨੇ। ਸ਼ੁਰੂਆਤ ਵਿੱਚ ਜਿਹੜੇ ਸੀਗੇ ਗਵਰਨਮੈਂਟ ਸੈਕਟਰ ਦੇ 3 ਪੈਨਸ਼ਨ ਮੈਨੇਜਰ ਸੀਗੇ, ਜਿਨ੍ਹਾਂ 'ਚੋਂ SBI, UTI ਤੇ LIC, ਜਿਨ੍ਹਾਂ ਦਾ 35%, 31% ਤੇ 34% ਦੇ ਹਿਸਾਬ ਨਾਲ ਜੋ ਵੀ ਅਮਾਊਂਟ ਆਪਣੀ ਕਲੈਕਟ ਹੁੰਦੀ ਸੀ ਇਹਨਾਂ ਨੂੰ ਦੇ ਦਿੱਤੀ ਜਾਂਦੀ ਸੀ ਤੇ ਉਹ ਆਪਦੇ ਅਕੋਰਡਿੰਗ ਉਹਨਾਂ ਨੂੰ ਇਨਵੈਸਟ ਕਰਦੇ ਸੀ। ਫਿਰ ਗੱਲ ਕਰਦੇ ਹਾਂ ਆਪਾਂ ਟਰਸਟੀ ਬੈਂਕ ਦੀ। ਟਰਸਟੀ ਬੈਂਕ ਜੋ NPS ਦਾ ਹੈ ਉਹ ਐਕਸਿਸ ਬੈਂਕ ਹੈ। ਆਲ ਇੰਡੀਆ ਵਿੱਚ ਟਰਸਟੀ ਬੈਂਕ ਇੱਕ ਹੀ ਹੈ NPS ਦਾ, ਐਕਸਿਸ ਬੈਂਕ। ਜੋ ਵੀ ਪੈਸੇ ਸੰਬੰਧੀ ਲੈਣ ਦੇਣ ਹੁੰਦਾ ਹੈ ਉਹ ਐਕਸਿਸ ਬੈਂਕ ਦੁਆਰਾ ਹੀ ਕੀਤਾ ਜਾਂਦਾ ਹੈ। ਫਿਰ ਆ ਜਾਂਦਾ ਹੈ ਕਸਟੋਡੀਅਨ। ਕਸਟੋਡੀਅਨ ਹੈ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ। ਕਸਟੋਡਿੰਗ ਵਿੱਚ ਜੋ ਵੀ ਆਪਣਾ ਪੈਸਾ ਮਾਰਕੀਟ ਵਿੱਚ ਲੱਗਣਾ ਹੈ, ਸ਼ੇਅਰ ਮਾਰਕੀਟ 'ਚ ਜਾਂ ਬੌਂਡਸ ਵਗੈਰਾ 'ਚ, ਉਹਦਾ ਹਿਸਾਬ ਕਿਤਾਬ ਜੋ ਹੈ ਉਹ ਆਪਣਾ ਕਸਟੋਡੀਅਲ ਰੱਖਦਾ ਹੈ ਜੋ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਹੈ। ਤੇ ਫਿਰ ਗੱਲ ਕਰਦੇ ਹਾਂ ਆਪਾਂ CRA ਮਤਲਬ ਸੈਂਟਰਲ ਰਿਕਾਰਡ ਕੀਪਿੰਗ ਏਜੰਸੀ, ਜੋ ਇਸ ਵੇਲੇ ਪ੍ਰੋਟੀਨ ਗਵਰਨਮੈਂਟ ਟੈਕਨੋਲੋਜੀਜ਼ ਲਿਮਟਿਡ, ਜਿਹਨੂੰ ਕਿ ਪਹਿਲਾਂ ਆਪਾਂ NSDL ਦੇ ਨਾਂ ਨਾਲ ਜਾਣਦੇ ਸੀ, ਉਹ ਹੈ। ਇਹ ਸਾਰੇ ਜਿੰਨੇ ਵੀ ਘਟਕ ਹੈਗੇ ਆ ਇਹ ਰਲ ਮਿਲ ਕੇ NPS ਦਾ ਕੰਮ ਕਰਦੇ ਨੇ। ਹੁਣ ਇਹਦੇ ਵਿੱਚ ਅਖੀਰ ਤੇ ਆ ਜਾਂਦਾ ਹੈ ਆਪਣੇ ਕੋਲ ASP, ਯਾਨੀ ਕਿ ਐਨੂਟੀ ਸਰਵਿਸ ਪ੍ਰੋਵਾਈਡਰਸ। ਐਨੂਟੀ ਦਾ ਮਤਲਬ ਹੈ ਜੋ ਆਪਾਂ ਨੂੰ ਬਾਅਦ ਵਿੱਚ ਪੈਨਸ਼ਨ ਮਿਲਣੀ ਹੈ ਅਖੀਰ ਤੇ ਜਾ ਕੇ, ਉਹਨਾਂ ਲਈ ਜੋ ਆਪਣਾ ਪੈਸਾ ਹੈਗਾ, ਕੁਝ % ਪੈਸਾ ਹੈਗਾ, ਉਹ ਜਿਹੜਾ ਹੈਗਾ ਉਹ ਆਪਦੇ ਅਕੋਰਡਿੰਗ ਇਨਵੈਸਟ ਕਰ ਦਿੰਦੇ ਆ ਤੇ ਬਾਅਦ ਵਿੱਚ ਉਹਦੇ 'ਚੋਂ ਜੋ ਨਿਸ਼ਚਿਤ ਰਿਟਰਨ ਆਪਾਂ ਨੂੰ ਆਉਣੀ ਹੁੰਦੀ ਹੈ ਉਹ ਆਪਾਂ ਨੂੰ ਦਿੰਦੇ ਆ। ਉਹਦੇ ਵਿੱਚ ਇਸ ਵੇਲੇ ਆਪਣੇ ਕੋਲ 7 ASP ਹੈਗੇ ਨੇ, ਜਿਨ੍ਹਾਂ ਵਿੱਚੋਂ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ, SBI ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ, HDFC ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ, ICICI ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ, ਇੰਡੀਆ ਫਰਸਟ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ, ਕੋਟੈਕ ਮਹਿੰਦਰਾ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ, ਸਟਾਰ ਯੂਨੀਅਨ ਦਾਈਇਚੀ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ। ਇਹ ਜੋ ਕੰਪਨੀਆਂ ਹੈਗੀਆਂ ਜੋ ਆਪਣਾ ਅਖੀਰ ਤੇ 40% ਪੈਸਾ ਹੁੰਦਾ ਹੈ ਉਹ ਇਹਨਾਂ ਨੂੰ ਦੇ ਦਿੱਤਾ ਜਾਂਦਾ ਹੈ। ਇਹਨਾਂ ਵਿੱਚੋਂ ਆਪਾਂ ਕਿਸੇ ਨੂੰ ਵੀ ਸਿਲੈਕਟ ਕਰ ਸਕਦੇ ਹਾਂ ਤੇ ਬਾਅਦ ਵਿੱਚ ਉਹ ਆਪਦੇ ਕੋਈ ਪੈਨਸ਼ਨ ਪਲਾਨ ਦੇ ਅਕੋਰਡਿੰਗ ਆਪਾਂ ਨੂੰ ਇੱਕ ਫਿਕਸ ਪੈਨਸ਼ਨ ਦੇ ਦਿੰਦੇ ਆ। ਅੱਗੇ ਗੱਲ ਕਰਦੇ ਹਾਂ ਆਪਾਂ ਪੈਨਸ਼ਨ ਫੰਡ ਮੈਨੇਜਰਸ ਬਾਰੇ। ਹੁਣ ਪੈਨਸ਼ਨ ਫੰਡ ਮੈਨੇਜਰਸ ਨੇ ਜਿਹੜੇ ਇਹ ਵੀ 7 ਨੇ। ਸ਼ੁਰੂ ਵਿੱਚ 3 ਸੀਗੇ ਜੋ ਗਵਰਨਮੈਂਟ ਐਮਪਲੋਈਜ਼ ਦੇ ਲਈ ਹੀ ਸੀਗੇ, ਜਿਨ੍ਹਾਂ ਵਿੱਚੋਂ LIC ਪੈਨਸ਼ਨ ਫੰਡ ਲਿਮਟਿਡ, SBI ਪੈਨਸ਼ਨ ਫੰਡਸ ਪ੍ਰਾਈਵੇਟ ਲਿਮਟਿਡ
ਤੇ UTI ਰਿਟਾਇਰਮੈਂਟ ਸੋਲਿਊਸ਼ਨਸ ਲਿਮਟਿਡ। ਇਹਦੇ ਨਾਲ ਪ੍ਰਾਈਵੇਟ ਸੈਕਟਰਸ ਜਦੋਂ ਸਿਟੀਜ਼ਨਸ ਲਈ ਇਹਨੂੰ ਓਪਨ ਕੀਤਾ ਗਿਆ ਤਾਂ ਉਦੋਂ HDFC ਪੈਨਸ਼ਨ ਮੈਨੇਜਮੈਂਟ ਕੰਪਨੀ ਲਿਮਟਿਡ, ICICI ਪ੍ਰੂਡੈਂਸ਼ੀਅਲ ਪੈਨਸ਼ਨ ਫੰਡਸ ਮੈਨੇਜਮੈਂਟ ਕੰਪਨੀ ਲਿਮਟਿਡ, ਕੋਟਕ ਮਹਿੰਦਰਾ ਪੈਨਸ਼ਨ ਫੰਡ ਲਿਮਟਿਡ, ਬਿਰਲਾ ਸਨਲਾਈਟ ਪੈਨਸ਼ਨ ਮੈਨੇਜਮੈਂਟ ਲਿਮਟਿਡ ਇਹਨਾਂ ਨੂੰ ਸ਼ਾਮਲ ਕੀਤਾ ਗਿਆ। ਤਾਂ ਇਹਨਾਂ ਨੂੰ ਜੋ ਗਵਰਨਮੈਂਟ EMPLOYEES ਲਈ ਜੋ ਇਹਨਾਂ ਨੂੰ ਡਿਫਾਲਟ ਸਕੀਮ ਦੱਸੀ ਜਾਂਦੀ ਹੈ, ਤਾਂ ਡਿਫਾਲਟ ਸਕੀਮ ਵਿੱਚ ਇਹਨਾਂ ਨੂੰ ਪ੍ਰੈਸਕ੍ਰਾਈਬਡ ਲਿਮਟ ਗਵਰਨਮੈਂਟ EMPLOYEES ਲਈ ਦਿੱਤੀ ਗਈ ਹੈ, ਜਿਹਦੇ ਅਕੋਰਡਿੰਗ ਇਹਨਾਂ ਨੇ ਗਵਰਨਮੈਂਟ ਸਿਕਿਉਰਿਟੀਜ਼ ਵਿੱਚ 55% ਤੱਕ ਵੱਧ ਤੋਂ ਵੱਧ ਇਹ ਆਪਣਾ ਪੈਸਾ ਲਾ ਸਕਦੇ ਆ, ਕਾਰਪੋਰੇਟ ਬੌਂਡਸ 'ਚ 45% ਤੱਕ, ਮਨੀ ਮਾਰਕੀਟ ਇੰਸਟਰੂਮੈਂਟਸ 'ਚ 5% ਤੱਕ ਤੇ ਇਕੁਇਟੀ ਵਿੱਚ 15% ਤੱਕ। ਇਹ ਗਵਰਨਮੈਂਟ EMPLOYEES ਦਾ ਪੈਸਾ ਇਹਦੇ ਅਕੋਰਡਿੰਗ ਇਹ ਮਾਰਕੀਟ ਵਿੱਚ ਲਗਾ ਸਕਦੇ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਵੱਖ-ਵੱਖ ਇਨਵੈਸਟਮੈਂਟਸ ਦੀ ਜੋ NPS ਦੇ ਅੰਡਰ ਕੀਤਾ ਜਾਂਦਾ ਹੈ, ਯਾਨੀ ਕਿ ਇਹ ਕੰਪਨੀਆਂ ਕਿੱਥੇ-ਕਿੱਥੇ ਆਪਣਾ ਪੈਸਾ ਲਗਾਉਂਦੀਆਂ ਨੇ। ਮੁੱਖ ਤੌਰ ਤੇ 4 ਕਲਾਸਾਂ ਆ ਜਾਂਦੀਆਂ ਨੇ, ਜਿਵੇਂ ਐਸੈਟ ਕਲਾਸ E ਇਕੁਇਟੀ ਮਾਰਕੀਟ ਇੰਸਟਰੂਮੈਂਟ, ਫਿਰ ਆ ਜਾਂਦੀ ਹੈ ਕਲਾਸ G ਗਵਰਨਮੈਂਟ ਸਿਕਿਉਰਿਟੀਜ਼, ਫਿਰ ਕਲਾਸ C ਕ੍ਰੈਡਿਟ ਰਿਸਕ ਬੀਅਰਿੰਗ ਫਿਕਸਡ ਇਨਕਮ ਇੰਸਟਰੂਮੈਂਟਸ ਤੇ ਉਸ ਤੋਂ ਬਾਅਦ ਕਲਾਸ A ਅਲਟਰਨੇਟਿਵ ਇਨਵੈਸਟਮੈਂਟ ਸਕੀਮਸ। E ਕਲਾਸ ਵਿੱਚ ਆਪਣੇ ਸ਼ੇਅਰਸ ਤੇ ਡੈਰੀਵੇਟਿਵਸ ਆ ਜਾਂਦੇ ਆ, G ਕਲਾਸ ਵਿੱਚ ਗਵਰਨਮੈਂਟ ਸਿਕਿਉਰਿਟੀਜ਼ ਤੇ ਲੋਨਸ ਆ ਜਾਂਦੇ ਆ, C ਕਲਾਸ ਵਿੱਚ ਬੌਂਡਸ ਤੇ ਫਿਕਸਡ ਡਿਪੋਜ਼ਿਟ ਅਤੇ A ਕਲਾਸ ਵਿੱਚ ਰੀਅਲ ਏਸਟੇਟ ਤੇ ਇਨਫਰਾਸਟ੍ਰਕਚਰ। ਇਹਨਾਂ ਚਾਰਾਂ ਐਸੈਟਸ ਵਿੱਚ ਆਪਣਾ ਪੈਸਾ ਲਗਾਇਆ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਕਿ ਇਹਦੇ ਵਿੱਚ NPS ਵਿੱਚ ਕਿਸ ਤਰ੍ਹਾਂ ਦੀਆਂ ਸਕੀਮਸ ਆਪਾਂ ਨੂੰ ਅਵੇਲੇਬਲ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲਾਂ ਡਿਫਾਲਟ ਸਕੀਮ ਹੈ, ਜੋ ਜ਼ਿਆਦਾਤਰ EMPLOYEES ਇਹੀ ਡਿਫਾਲਟ ਸਕੀਮ ਨੂੰ ਪ੍ਰੈਫਰ ਕਰਦੇ ਆ। ਇਹੀ ਡਿਫਾਲਟ ਸਕੀਮ ਵਿੱਚ ਉਹਨਾਂ ਦਾ ਪੈਸਾ ਲੱਗਾ ਹੁੰਦਾ ਹੈ, ਜਿਹਦੇ ਵਿੱਚ ਆਪਣਾ SBI ਪੈਨਸ਼ਨ ਫੰਡ ਵਿੱਚ 31%, LIC ਪੈਨਸ਼ਨ ਫੰਡ ਵਿੱਚ 35% ਤੇ UTI ਰਿਟਾਇਰਮੈਂਟ ਸੋਲਿਊਸ਼ਨ ਵਿੱਚ 34% ਪੈਸਾ ਲੱਗਾ ਹੁੰਦਾ ਹੈ। ਇਹ ਜੋ ਪਰਸੈਂਟੇਜ ਹੈ ਇਹ NPS ਟਰਸਟ ਇਹਨਾਂ ਕੰਪਨੀਆਂ ਦੀ ਪਰਫਾਰਮੈਂਸ ਦੇ ਅਕੋਰਡਿੰਗ ਨਿਰਧਾਰਿਤ ਕਰਦੀ ਹੈ। ਇਹ ਤਾਂ ਸੀ ਡਿਫਾਲਟ ਸਕੀਮ ਜਿਹੜੀ ਜ਼ਿਆਦਾਤਰ ਕਰਮਚਾਰੀਆਂ ਤੇ ਇਹੀ ਲਾਗੂ ਹੈ, ਪਰ 2020 ਤੋਂ ਜੋ ਸੈਂਟਰਲ ਗਵਰਨਮੈਂਟ ਨੇ ਆਪਾਂ ਨੂੰ ਆਪਸ਼ਨ ਦਿੱਤੀ ਸੀ ਕਿ ਸਕੀਮ ਆਪਾਂ ਬਦਲ ਸਕਦੇ ਹਾਂ। ਕਾਫੀ ਸਟੇਟਸ ਨੇ ਇਹ ਆਪਸ਼ਨਸ ਲਾਗੂ ਕਰਤੀ, ਕਈ ਸਟੇਟਸ ਨੇ ਇਹ ਆਪਸ਼ਨ ਲਾਗੂ ਨਹੀਂ ਕੀਤੀ, ਜਿਨ੍ਹਾਂ ਵਿੱਚੋਂ ਆ ਜਾਂਦੀ ਹੈ ਐਕਟਿਵ ਚੁਆਇਸ। ਐਕਟਿਵ ਚੁਆਇਸ ਦਾ ਮਤਲਬ ਹੁੰਦਾ ਹੈ ਕਿ ਆਪਾਂ ਆਪਣੇ ਅਕੋਰਡਿੰਗ ਜਿਹੜਾ ਹੈਗਾ ਆਪਦਾ ਪੈਸਾ ਕਿਸੇ ਵੀ ਐਸੈਟ ਕਲਾਸ ਵਿੱਚ ਲਗਾ ਸਕਦੇ ਹਾਂ। ਜਿਵੇਂ ਇਹਦੇ ਵਿੱਚ ਵੀ ਆਪਣੇ ਕੋਲ 3 ਆਪਸ਼ਨਸ ਆ ਜਾਂਦੀਆਂ ਨੇ, ਜਿਵੇਂ ਮੈਕਸਿਮਮ ਐਕਸਪੋਜ਼ਰ ਟੂ ਐਸੈਟ ਕਲਾਸ E ਜਿਹੜੀ ਇਕੁਇਟੀ ਵਾਲੀ ਕਲਾਸ ਹੈਗੀ ਹੈ, ਯਾਨੀ ਕਿ ਸ਼ੇਅਰ ਮਾਰਕੀਟ ਵਿੱਚ ਆਪਣਾ ਆਪਦਾ 75% ਤੱਕ ਜਿਹੜਾ ਪੈਸਾ ਹੈ ਉਹ ਲਗਾ ਸਕਦੇ ਹਾਂ 50 ਸਾਲ ਦੀ ਉਮਰ ਤੱਕ। 50 ਸਾਲ ਦੀ ਉਮਰ ਤੋਂ ਬਾਅਦ ਜੋ ਹੈ ਇਹ ਜਿਹੜਾ ਇਕੁਇਟੀ ਐਲੋਕੇਸ਼ਨ ਹੈ ਉਹ ਘਟਦੀ ਜਾਂਦੀ ਹੈ। ਇੱਧਰਲੇ ਪਾਸੇ ਆਪਾਂ ਇਸ ਚਾਰਟ ਤੋਂ ਦੇਖ ਸਕਦੇ ਹਾਂ 50 ਸਾਲ ਤੱਕ 75%, 51 ਸਾਲ 'ਚ 72.5%, ਯਾਨੀ ਕਿ ਜਿਵੇਂ ਜਿਵੇਂ ਉਮਰ ਆਪਣੀ ਵੱਧਦੀ ਰਹਿੰਦੀ ਹੈ ਇਕੁਇਟੀ ਵਿੱਚ ਜਿਹੜਾ ਆਪਣਾ ਪੈਸਾ ਹੈ ਉਹਦਾ ਪਰਸੈਂਟੇਜ ਘਟਦਾ ਰਹਿੰਦਾ ਹੈ ਐਕਟਿਵ ਚੁਆਇਸ ਵਿੱਚ। ਇਹਦੇ ਕਹਿਣ ਤੋਂ ਭਾਵ ਇਹ ਆ ਕਿ ਜਿਵੇਂ ਆਪਣੀ ਉਮਰ ਵੱਧਦੀ ਹੈ ਆਪਣੀ ਰਿਸਕ ਟੇਕਿੰਗ ਕੈਪੈਸਿਟੀ ਘਟਦੀ ਜਾਂਦੀ ਹੈ। ਉਹ ਤੋਂ ਬਾਅਦ ਦੂਜਾ ਆਪਸ਼ਨ ਇਹਦੇ ਵਿੱਚ ਆ ਜਾਂਦਾ ਹੈ ਮੈਕਸਿਮਮ ਐਕਸਪੋਜ਼ਰ ਟੂ ਐਸੈਟ ਕਲਾਸ C ਐਂਡ G, ਜਿਹਦੇ ਵਿੱਚ ਆਪਣੇ ਬੌਂਡਸ ਤੇ ਗਵਰਨਮੈਂਟ ਸਿਕਿਉਰਿਟੀਜ਼ ਆ ਜਾਂਦੀਆਂ। ਉਹਦੇ ਵਿੱਚ ਆਪਾਂ 100% ਤੱਕ ਆਪਦਾ ਪੈਸਾ ਲਗਾ ਸਕਦੇ ਹਾਂ, ਕਿਉਂਕਿ ਬੌਂਡਸ ਤੇ ਗਵਰਨਮੈਂਟ ਸਿਕਿਉਰਿਟੀਜ਼ ਜਿਹੜੀਆਂ ਹੈਗੀਆਂ ਇਹ ਇੱਕ ਸਿਕਿਉਰ ਇਨਵੈਸਟਮੈਂਟ ਹੈ। ਉਹ ਤੋਂ ਬਾਅਦ ਆ ਜਾਂਦਾ ਹੈ ਐਸੈਟ ਕਲਾਸ A। ਐਸੈਟ ਕਲਾਸ A ਵਿੱਚ ਆਪਾਂ ਵੱਧ ਤੋਂ ਵੱਧ 5% ਤੱਕ ਦਾ ਪੈਸਾ ਲਗਾ ਸਕਦੇ ਹਾਂ। ਤਾਂ ਇਹ ਸੀ ਐਕਟਿਵ ਚੁਆਇਸ। ਐਕਟਿਵ ਚੁਆਇਸ ਵਿੱਚ ਜੋ E ਕਲਾਸ ਵਿੱਚ 75%, C ਤੇ G ਵਿੱਚ 100% ਤੇ A ਕਲਾਸ ਵਿੱਚ 5% ਤੱਕ ਪੈਸਾ ਆਪਾਂ ਆਪਣੇ ਅਕੋਰਡਿੰਗ ਲਗਾ ਸਕਦੇ ਹਾਂ। ਉਦੋਂ ਅੱਗੇ ਆਪਾਂ ਗੱਲ ਕਰਦੇ ਹਾਂ ਆਟੋ ਚੁਆਇਸ ਦੀ। ਆਟੋ ਚੁਆਇਸ ਵਿੱਚ ਆਪਣੇ ਕੋਲ 3 ਤਰ੍ਹਾਂ ਦੇ ਆਪਸ਼ਨ ਅਵੇਲੇਬਲ ਨੇ, LC 75, LC 50 ਤੇ LC 25। ਪਹਿਲਾਂ LC 75 ਦੀ ਗੱਲ ਕਰਦੇ ਹਾਂ, ਜਿਹਨੂੰ ਐਗਰੈਸਿਵ ਲਾਈਫ ਸਾਈਕਲ ਫੰਡ ਕਹਿੰਦੇ ਆ, ਯਾਨੀ ਕਿ ਆਪਣਾ ਇਕੁਇਟੀ ਤੇ ਸ਼ੇਅਰ ਮਾਰਕੀਟ ਵਿੱਚ ਆਪਾਂ ਜ਼ਿਆਦਾ ਇਨਵੈਸਟ ਕਰ ਸਕਦੇ ਹਾਂ, ਐਸੈਟ ਕਲਾਸ C ਤੇ G ਵਿੱਚ ਘੱਟ ਇਨਵੈਸਟ ਕਰ ਸਕਦੇ ਹਾਂ। ਇਹ 35 ਸਾਲ ਦੀ ਉਮਰ ਤੱਕ, ਜਿਵੇਂ ਆਪ ਪਹਿਲੇ ਚਾਰਟ ਤੋਂ ਆਪਾਂ ਦੇਖ ਸਕਦੇ ਹਾਂ 35 ਸਾਲ ਤੋਂ ਬਾਅਦ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਜਾਂਦੀ ਹੈ ਐਸੈਟ ਕਲਾਸ E ਵਿੱਚ ਆਪਣਾ ਜੋ ਪਰਸੈਂਟੇਜ ਸ਼ੇਅਰ ਹੈ ਉਹ ਘਟਦਾ ਜਾਂਦਾ ਹੈ ਤੇ C ਤੇ G ਵਿੱਚ ਵੱਧਦਾ ਜਾਂਦਾ ਹੈ। ਇਹਦੇ ਵਿੱਚ ਦੂਜੀ ਤਰ੍ਹਾਂ ਦੀ ਸਕੀਮ ਹੈ LC 50, ਯਾਨੀ ਕਿ ਮੋਡਰੇਟ ਲਾਈਫ ਸਾਈਕਲ ਫੰਡ। ਇਹਦੇ ਵਿੱਚ ਜਿਹੜਾ ਰਿਸਕ ਹੈ ਉਹ ਨਾ ਜ਼ਿਆਦਾ ਵੱਧ ਹੁੰਦਾ ਹੈ ਨਾ ਘੱਟ ਹੁੰਦਾ ਹੈ, ਮੋਡਰੇਟ ਯਾਨੀ ਕਿ ਔਸਤ ਜਿਹਾ ਹੁੰਦਾ ਹੈ। ਤੇ ਇਹਦੇ ਵਿੱਚ 35 ਸਾਲ ਦੀ ਉਮਰ ਤੋਂ ਐਸੈਟ ਕਲਾਸ E ਜੋ ਹੈ ਇਕੁਇਟੀ ਹੈ, ਯਾਨੀ ਕਿ ਸ਼ੇਅਰ ਮਾਰਕੀਟ ਹੈ, ਉਹਦੇ ਵਿੱਚ ਆਪਣਾ ਸ਼ੇਅਰ 50% ਤੋਂ ਲੈ ਕੇ ਹੌਲੀ ਹੌਲੀ ਉਹ ਘਟਦਾ ਰਹਿੰਦਾ ਹੈ। ਤੇ ਐਸੈਟ ਕਲਾਸ C ਹੈ ਜਿਹੜਾ ਕਾਰਪੋਰੇਟ ਬੌਂਡਸ ਆ ਜਾਂਦੇ ਆ ਜਿਹਦੇ ਵਿੱਚ ਉਹ 30% ਤੋਂ ਲੈ ਕੇ ਉਹ ਵੀ ਘਟਣ ਲੱਗ ਪੈਂਦਾ ਹੈ।
ਤੇ ਜੋ ਐਸੈਟ ਕਲਾਸ ਜੀ ਹੈ ਗਵਰਨਮੈਂਟ ਸਿਕਿਉਰਿਟੀ ਹੈਗੀ ਹੈ ਸਿਕਿਉਰ ਫੰਡ ਹੈ ਉਹ 20% ਤੋਂ ਲੈ ਕੇ ਉਹ ਵਧਣ ਲੱਗ ਪੈਂਦਾ ਹੈ। ਯਾਨੀ ਕਿ ਜੋ ਵੀ ਆਪਣੀ ਉਹਦੇ ਵਿੱਚ ਅੰਸ਼ਦਾਨ ਹੋਊਗਾ ਐਨਪੀਐਸ ਦੇ ਅਕਾਊਂਟ ਵਿੱਚ, ਜੋ ਆਪਣੀ ਡਿਪੋਜ਼ਿਟ ਰਕਮ ਹੋਊਗੀ ਉਹਦਾ ਇਹ ਪਰਸੈਂਟ ਗਵਰਨਮੈਂਟ ਸਿਕਿਉਰਿਟੀਜ਼ ਵਿੱਚ ਲੱਗਿਆ ਜਾਊਗਾ। ਉਸੇ ਤਰ੍ਹਾਂ LC 25 ਦੀ ਗੱਲ ਕਰਦੇ ਹਾਂ, ਕੰਜ਼ਰਵੇਟਿਵ ਲਾਈਫ ਸਾਈਕਲ ਫੰਡ। ਤਾਂ ਇਹਦੇ ਵਿੱਚ ਜੋ ਹੈ ਕੰਜ਼ਰਵੇਟਿਵ ਦਾ ਮਤਲਬ ਵੀ ਜੋ ਰਿਸਕ ਕੈਪੈਸਿਟੀ ਹੈ ਉਹ ਬਹੁਤ ਘੱਟ। ਤੇ ਇਹ ਤੀਜੀ ਤਰ੍ਹਾਂ ਦੀ ਆਪਸ਼ਨ ਜੋ ਆਪਾਂ ਨੂੰ ਆਟੋ ਚੋਇਸ ਵਿੱਚ ਅਵੇਲੇਬਲ ਹੈ, ਉਹਦੇ ਵਿੱਚ ਐਸੈਟ ਕਲਾਸ E ਜੋ ਹੈ ਉਹ 25% ਤੋਂ ਸ਼ੁਰੂ ਹੁੰਦਾ ਹੈ ਤੇ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਉਵੇਂ ਉਵੇਂ ਇਹਦਾ ਪਰਸੈਂਟੇਜ ਘਟਦਾ ਜਾਂਦਾ ਹੈ। ਤੇ ਐਸੈਟ ਕਲਾਸ C ਉਹਦਾ ਵੀ ਪਰਸੈਂਟੇਜ ਘਟਦਾ ਜਾਂਦਾ ਹੈ 45 ਤੋਂ ਸ਼ੁਰੂ ਹੋ ਕੇ, ਤੇ ਐਸੈਟ ਕਲਾਸ G ਉਹ 30% ਤੋਂ ਸ਼ੁਰੂ ਹੋ ਕੇ ਉਹ ਵੱਧਦਾ ਜਾਂਦਾ ਹੈ। ਤਾਂ ਇਸ ਤਰ੍ਹਾਂ ਆਪਾਂ ਨੂੰ ਆਟੋ ਚੋਇਸ ਵਿੱਚ 3 ਆਪਸ਼ਨਾਂ ਮਿਲਦੀਆਂ ਨੇ। ਹੁਣ ਇਹ ਜਿਹੜੀ ਆਪਣੇ ਫੰਡ ਦੀ ਐਲੋਕੇਸ਼ਨ ਹੈ, ਯਾਨੀ ਕਿ ਇਹਦੀ ਜਿਹੜੀ ਵੰਡ ਹੈਗੀ ਹੈ, ਆਪਣਾ ਜੋ ਪੈਸਾ ਜਮ੍ਹਾਂ ਹੈ ਆਪਾਂ ਕਿਸ ਕਲਾਸ ਵਿੱਚ ਉਹ ਲਗਾਉਣਾ ਹੈਗਾ, ਇਹਨੂੰ ਆਪਾਂ ਸਾਲ ਵਿੱਚ 2 ਵਾਰ ਇਹਨੂੰ ਬਦਲ ਸਕਦੇ ਹਾਂ ਆਪਦੇ ਐਨਪੀਐਸ ਅਕਾਊਂਟ ਵਿੱਚ ਲੌਗਇਨ ਕਰਕੇ। ਤੇ ਜਿਹੜੇ ਆਪਣੇ ਪੈਨਸ਼ਨ ਫੰਡ ਮੈਨੇਜਰ ਨੇ ਜਿਹੜੇ 7 ਨੇ ਉਹਨਾਂ ਨੂੰ ਆਪਾਂ ਸਾਲ ਵਿੱਚ 1 ਵਾਰ ਬਦਲ ਸਕਦੇ ਹਾਂ। ਇਹ ਸੀ ਆਪਣੀਆਂ ਇਨਵੈਸਟਮੈਂਟ ਦੀਆਂ ਕਿਸਮਾਂ ਜੋ ਆਪਾਂ ਐਨਪੀਐਸ ਵਿੱਚ ਕਰ ਸਕਦੇ ਹਾਂ, ਆਪਦੇ ਅਕੋਰਡਿੰਗ ਬਦਲ ਸਕਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਟੈਕਸ ਬੈਨੀਫਿਟ ਕੀ ਨੇ ਐਨਪੀਐਸ ਵਿੱਚ। ਪਹਿਲਾਂ ਗੱਲ ਕਰਦੇ ਹਾਂ ਕਰਮਚਾਰੀ ਵੱਲੋਂ ਖੁਦ ਜੋ ਅੰਸ਼ਦਾਨ ਪਾਇਆ ਜਾਂਦਾ ਹੈ। ਤਾਂ ਕਰਮਚਾਰੀ ਦਾ ਜਿਹੜਾ ਕੰਟਰੀਬਿਊਸ਼ਨ ਹੈ ਉਹ 80 CCD1 ਦੇ ਅੰਡਰ ਜਿਹੜਾ ਹੈਗਾ ਉਹਦੇ ਤੇ ਆਪਾਂ ਟੈਕਸ ਰਿਬੇਟ ਲੈ ਸਕਦੇ ਹਾਂ, ਜਿਹੜਾ ਇਸ ਵੇਲੇ ਸਰਕਾਰ ਜਿਹੜੀ ਹੈਗੀ ਹੈ ਆਪਣੇ ਕੋਲੋਂ 10% ਸੈਲਰੀ ਦਾ ਕੱਟਦੀ ਹੈ। ਬੇਸਿਕ ਪਲੱਸ DA ਜੋ ਇਹਦੇ ਵਿੱਚ ਸ਼ਾਮਲ ਹੁੰਦਾ ਹੈ ਉਹਦਾ 10% ਜੋ ਹੈ ਆਪਣੀ ਸੈਲਰੀ ਦਾ ਕੱਟ ਕੇ ਐਨਪੀਐਸ ਅਕਾਊਂਟ ਵਿੱਚ ਜਮ੍ਹਾਂ ਹੋ ਜਾਂਦਾ ਹੈ। ਤੇ ਇਹਦੇ ਵਿੱਚ ਆਪਾਂ 1.5 ਲੱਖ ਤੱਕ ਜੋ ਆਪਣੀ ਸੇਵਿੰਗ ਬਾਕੀ ਵੀ ਹੁੰਦੀ ਹੈ ਉਹਨੂੰ ਸਾਰੇ ਨੂੰ ਮਿਲਾ ਕੇ ਤੇ ਇਹ ਸੇਵਿੰਗ ਮਿਲਾ ਕੇ 1.5 ਲੱਖ ਤੱਕ ਆਪਾਂ ਰਿਬੇਟ ਲੈ ਸਕਦੇ ਹਾਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਐਮਪਲੋਇਰਸ ਕੰਟਰੀਬਿਊਸ਼ਨ ਦੀ, ਯਾਨੀ ਕਿ ਜਿਹਨੇ ਆਪਾਂ ਨੂੰ ਨੌਕਰੀ ਤੇ ਰੱਖਿਆ ਹੋਇਆ ਹੈ, ਜੇ ਸਰਕਾਰੀ ਕਰਮਚਾਰੀ ਹੋ ਤਾਂ ਸਰਕਾਰ ਨੇ, ਜਾਂ ਪ੍ਰਾਈਵੇਟ ਜੋ ਵੀ ਤੁਹਾਡਾ ਬੌਸ ਹੈਗਾ, ਜੇ ਉਹ ਆਪਣਾ ਕੰਟਰੀਬਿਊਸ਼ਨ 10% ਤੱਕ ਬੇਸਿਕ ਪਲੱਸ DA ਦਾ, ਤੇ ਗਵਰਨਮੈਂਟ EMPLOYEES ਲਈ 14%, ਪਹਿਲਾਂ ਇਹ 10% ਹੁੰਦਾ ਸੀ, 2019 ਤੋਂ ਇਹ 14% ਕਰ ਦਿੱਤਾ ਗਿਆ ਹੈ। ਸੈਂਟਰਲ ਗਵਰਨਮੈਂਟ EMPLOYEES ਨੂੰ ਤਾਂ ਪਹਿਲਾਂ ਹੀ ਇਹਦੇ ਤੋਂ ਰਿਬੇਟ ਸੀਗੀ, ਤੇ ਸਟੇਟ ਗਵਰਨਮੈਂਟਸ ਨੂੰ ਪਿਛਲੇ ਸਾਲ ਤੋਂ ਇਹ 14% ਤੇ ਰਿਬੇਟ ਮਿਲਦੀ ਹੈ। ਇਸ ਤੋਂ ਪਹਿਲਾਂ ਇਹ 10% ਤੇ ਹੀ ਟੈਕਸ ਰਿਬੇਟ ਮਿਲਦੀ ਸੀਗੀ। ਤਾਂ ਇਹਦੇ ਵਿੱਚ ਜਿੰਨਾ ਵੀ ਉਹਨੇ ਜਮ੍ਹਾਂ ਕੀਤਾ ਹੁੰਦਾ ਆਪਣੇ ਐਮਪਲੋਇਰ ਨੇ ਜਾਂ ਆਪਣੀ ਸਰਕਾਰ ਨੇ, ਉਹ 80 CCD2 ਇਹਦੇ ਵਿੱਚੋਂ ਉਹ ਸਾਰਾ ਹੀ ਜਿਹੜਾ ਹੈਗਾ ਉਹਦੇ ਤੇ ਆਪਾਂ ਨੂੰ ਰਿਬੇਟ ਮਿਲਦੀ ਹੈ, ਉਹਦੇ ਤੇ ਕੋਈ ਟੈਕਸ ਨਹੀਂ ਬਣਦਾ। ਯਾਨੀ ਕਿ ਇਹ ਜਿਹੜੀ ਸੀਮਾ ਹੈਗੀ ਹੈ ਇਹ 1.5 ਲੱਖ ਦੀ ਲਿਮਿਟ ਤੋਂ ਵੀ ਉੱਪਰ ਹੈ ਤੇ ਇਹਦੇ ਤੇ ਆਪਾਂ ਨੂੰ ਕੋਈ ਵੀ ਟੈਕਸ ਨਹੀਂ ਲੱਗਦਾ। ਉਹ ਤੋਂ ਬਾਅਦ ਇਹ ਤੋਂ ਬਿਨਾਂ ਹੋਰ ਜਿਹੜੇ ਐਡੀਸ਼ਨਲ ਬੈਨੀਫਿਟ ਮਿਲਦੇ ਹੈਗੇ ਆ ਇਸ ਦੇ ਉੱਪਰ, ਇੱਕ ਤਾਂ ਕਰਮਚਾਰੀ ਖੁਦ ਇਹਦੇ ਵਿੱਚ ਕੁਝ ਇਨਵੈਸਟ ਕਰ ਸਕਦਾ ਹੈ ਤੇ ਉਹਦੇ ਉੱਤੇ ਵੀ 50,000 ਤੱਕ ਜਿਹੜਾ ਹੈਗਾ ਉਸ ਨੂੰ ਟੈਕਸ ਤੋਂ ਛੋਟ ਮਿਲੂਗੀ। ਇਸ ਤੋਂ ਇਲਾਵਾ ਜਿਹੜੀ 80 CCD1 ਦੇ ਅੰਡਰ ਜੇ ਉਹਦੀਆਂ ਬਾਕੀ ਬਚਤਾਂ ਪਲੱਸ NPS ਵਾਲੀ ਬਚਤ 1.5 ਲੱਖ ਤੋਂ ਉੱਪਰ ਵੱਧ ਜਾਂਦੀ ਹੈ ਤਾਂ ਉਹ ਵੀ ਆਪਾਂ ਇੱਥੇ 50,000 ਵਿੱਚ ਉਸ ਤੇ ਆਪਾਂ ਰਿਬੇਟ ਲੈ ਸਕਦੇ ਹਾਂ 80 CCD1B ਦੇ ਅੰਡਰ। ਇਸ ਤੋਂ ਇਲਾਵਾ ਜਦੋਂ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਤਾਂ ਉਦੋਂ ਇਹ EEE ਦੇ ਕੈਟੇਗਰੀ 'ਚ ਆਉਂਦੀ ਸੀ, ਯਾਨੀ ਕਿ ਜਿਹੜਾ ਇਹਦੇ 'ਚ ਪੈਸਾ ਜਮ੍ਹਾਂ ਸੀ ਉਹ ਵੀ ਟੈਕਸ ਤੋਂ ਐਗਜ਼ੈਂਪਟਡ, ਜੋ ਇਸ ਤੇ ਰਿਟਰਨ ਜਾਂ ਵਿਆਜ ਮਿਲਦਾ ਸੀ ਉਹ ਵੀ ਟੈਕਸ ਤੋਂ ਐਗਜ਼ੈਂਪਟਡ, ਤੇ ਜੋ ਇਸ ਤੋਂ ਲਾਸਟ ਤੇ ਜਾ ਕੇ ਜੋ ਵੀ ਇਹਦਾ ਬੈਨੀਫਿਟ ਮਿਲਣਾ ਸੀ ਉਹ ਵੀ ਟੈਕਸ ਤੋਂ ਐਗਜ਼ੈਂਪਟਡ। ਪਰ ਹੁਣ ਕੀ ਹੋ ਗਿਆ ਕਿ ਜੋ ਆਪਾਂ ਰਕਮ ਜਮ੍ਹਾਂ ਕਰਦੇ ਪਏ ਹਾਂ ਉਹਦੇ ਤੇ ਵੀ ਟੈਕਸ ਨਹੀਂ ਲੱਗਦਾ, ਜੋ ਇਸ ਤੇ ਆਪਾਂ ਨੂੰ ਰਿਟਰਨ ਮਿਲਦੀ ਹੈ ਜਾਂ ਜੋ ਆਪਾਂ ਨੂੰ ਲਾਸਟ ਤੇ ਮਿਲਣਾ ਹੈ ਉਹਦੇ ਤੇ ਪਾਰਸ਼ੀਅਲੀ ਟੈਕਸ ਲੱਗੂਗਾ। ਕਹਿਣ ਤੋਂ ਭਾਵ ਕਿ 60% ਅਮਾਊਂਟ ਜੋ ਆਪਣੀ ਰਿਟਾਇਰਮੈਂਟ ਤੇ ਮਿਲਣੀ ਹੈ ਲਮਸਮ ਉਹਦੇ ਤੇ ਤਾਂ ਟੈਕਸ ਨਹੀਂ ਲੱਗੂਗਾ, ਪਰ ਜੋ 40% ਆਪਣੀ ਪੈਨਸ਼ਨ ਲਈ ਐਨੂਇਟੀ ਸਕੀਮ 'ਚ ਲੱਗੂਗੀ ਉਹ ਜਦੋਂ ਆਪਾਂ ਨੂੰ ਮਿਲੂਗੀ ਉਸ ਪੈਨਸ਼ਨ ਤਾਂ ਉਹਦੇ ਉੱਤੇ ਟੈਕਸ ਲੱਗੇਗਾ। ਜੋ ਵੀ ਟੈਕਸ ਸਲੈਬ ਦੇ ਅਕੋਰਡਿੰਗ ਤੁਸੀਂ ਹੋਵੋਗੇ ਉਸ ਅਕੋਰਡਿੰਗ ਉਹਦੇ ਤੇ ਟੈਕਸ ਲੱਗੇਗਾ। ਕਿਉਂਕਿ ਇਹ ਸਕੀਮ ਜੋ ਹੈ ਉਹ 18 ਸਾਲ ਤੋਂ ਲੈ ਕੇ 70 ਸਾਲ ਦਾ ਕੋਈ ਵੀ ਵਿਅਕਤੀ ਕਰਵਾ ਸਕਦਾ ਹੈ, ਪਰ ਇਹਦੇ ਵਿੱਚ ਇਹ ਸ਼ਰਤ ਹੈ ਕਿ 60 ਸਾਲ ਤੋਂ ਪਹਿਲਾਂ ਜੋ ਹੈ ਉਹਦਾ ਆਪਾਂ ਸਾਰਾ ਪੈਸਾ ਨਹੀਂ ਲੈ ਸਕਦੇ, ਪਰ ਕੁਝ ਕੁ ਕੰਡੀਸ਼ਨਸ ਵਿੱਚ ਆਪਾਂ ਕੁਝ ਇਹਦੇ ਵਿੱਚੋਂ ਜੋ ਪੈਸਾ ਹੈ ਉਹ ਕਢਵਾ ਸਕਦੇ ਹਾਂ। ਉਹ ਕੰਡੀਸ਼ਨਸ ਜਾਂ ਉਹ ਸ਼ਰਤਾਂ ਕੀ ਨੇ ਉਹਨਾਂ ਤੇ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਕਿ ਸਬਸਕ੍ਰਾਈਬਰ ਤੋਂ ਯਾਦ ਆਇਆ, ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਿ ਨਹੀਂ? ਜੇਕਰ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ। ਤਾਂ ਸਬਸਕ੍ਰਾਈਬਰ ਜੋ ਵੀ ਹੈ, ਸਬਸਕ੍ਰਾਈਬਰ ਮਤਲਬ ਜਿਸ ਦਾ NPS ਵਿੱਚ ਖਾਤਾ ਹੈ, ਉਸ ਨੂੰ 3 ਸਾਲ ਹੋ ਗਏ ਹੁਣ NPS ਨੂੰ ਜੁਆਇਨ ਕੀਤੇ ਨੂੰ, ਯਾਨੀ ਕਿ ਕਹਿਣ ਤੋਂ ਭਾਵ ਉਹਦਾ ਖਾਤਾ ਖੁੱਲ੍ਹੇ ਨੂੰ, ਤੇ ਉਸ ਵਿੱਚ ਉਹ ਅੰਸ਼ਦਾਨ
ਦਿੰਦੇ ਨੂੰ। ਤੇ ਜੋ ਵੀ ਵਿਡਰਾਲ ਅਮਾਉਂਟ ਹੈ ਯਾਨੀ ਕਿ ਜਿਹੜਾ ਆਪਾਂ ਪੈਸਾ ਕਢਾਉਣਾ ਹੈ ਉਹ ਆਪਣੀ ਹੀ ਅਮਾਉਂਟ ਦਾ 25% ਕਢਵਾ ਸਕਦੇ ਹਾਂ। ਯਾਨੀ ਕਿ ਜਿਹੜੇ ਕਰਮਚਾਰੀ ਦੇ ਖੁਦ ਪੈਸੇ ਜਮ੍ਹਾਂ ਨੇ ਨਾ ਉਹਦੇ ਵਿੱਚੋਂ ਹੀ 25% ਕਢਵਾਇਆ ਜਾ ਸਕਦਾ ਹੈ। ਤੇ ਵਿਡਰਾਲ ਵੀ ਆਪਾਂ ਕੁਝ ਖਾਸ ਕਾਰਨਾਂ ਕਰਕੇ ਹੀ ਕਢਵਾ ਸਕਦੇ ਹਾਂ, ਜਿਨ੍ਹਾਂ 'ਚੋਂ ਪਹਿਲਾ ਕਾਰਨ ਹੈ ਹਾਇਰ ਐਜੂਕੇਸ਼ਨ ਆਫ ਚਿਲਡਰਨ। ਯਾਨੀ ਕਿ ਤੁਹਾਡੇ ਬੱਚਿਆਂ ਦੀ ਹਾਇਰ ਐਜੂਕੇਸ਼ਨ ਤੋਂ ਭਾਵ 12ਵੀਂ ਤੋਂ ਬਾਅਦ ਦੀ ਕੋਈ ਡਿਗਰੀ ਵਗੈਰਾ ਪ੍ਰਾਪਤ ਕਰਨੀ ਹੈ ਉਹਦੇ ਖਰਚੇ ਲਈ ਕਢਵਾ ਸਕਦੇ ਹਾਂ, ਜਾਂ ਬੱਚੇ ਦੇ ਵਿਆਹ ਲਈ ਕਢਵਾ ਸਕਦੇ ਹਾਂ, ਜਾਂ ਤੁਸੀਂ ਰਹਿਣ ਲਈ ਕੋਈ ਮਕਾਨ ਖਰੀਦਣਾ ਹੈ ਜਾਂ ਬਣਾਉਣਾ ਹੈ ਉਹਦੇ ਲਈ ਕਢਵਾ ਸਕਦੇ ਹਾਂ, ਜਾਂ ਫਿਰ ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ ਉਹਦੇ ਲਈ ਤੁਸੀਂ ਇਹ ਪੈਸਾ ਕਢਵਾ ਸਕਦੇ ਹੋ, ਜਾਂ ਫਿਰ ਤੁਹਾਨੂੰ ਕੋਈ ਡਿਸੇਬਿਲਿਟੀ ਹੋ ਗਈ ਹੈ, ਕੋਈ ਐਕਸੀਡੈਂਟ ਹੋ ਗਿਆ ਹੈ, ਖੁਦਾ ਨਾ ਖਾਸਤਾ ਤੁਹਾਡਾ ਕੋਈ ਅੰਗ ਮਾਰਿਆ ਗਿਆ ਹੈ ਤਾਂ ਉਹਦੇ ਲਈ ਵੀ ਤੁਸੀਂ ਕਢਵਾ ਸਕਦੇ ਹੋ, ਜਾਂ ਫਿਰ ਸਕਿੱਲ ਡਿਵੈਲਪਮੈਂਟ ਲਈ, ਰੀਸਕਿਲਿੰਗ ਲਈ, ਯਾਨੀ ਕਿ ਤੁਸੀਂ ਆਪਦੀ ਸੈਲਫ ਡਿਵੈਲਪਮੈਂਟ ਲਈ ਕੋਈ ਐਕਟੀਵਿਟੀਜ਼ ਕਰਨੀਆਂ ਹੈਗੀਆਂ ਉਹਦੇ ਲਈ ਪੈਸੇ ਦੀ ਲੋੜ ਹੈ ਤਾਂ ਉਦੋਂ ਵੀ ਤੁਸੀਂ ਕਢਵਾ ਸਕਦੇ ਹੋ। ਤਾਂ ਇਹ ਜਿਹੜੀ ਵਿਡਰਾਲ ਹੈਗੀ ਹੈ ਇਹ ਸਾਰੀ ਟੈਨਿਓਰ ਵਿੱਚ ਯਾਨੀ ਕਿ 60 ਸਾਲ ਦੀ ਉਮਰ ਤੱਕ ਸਿਰਫ 3 ਵਾਰ ਲੈ ਸਕਦੇ ਹੋ। ਤੇ ਇਹ ਤੋਂ ਬਿਨਾਂ ਜੋ ਕਰਮਚਾਰੀਆਂ ਤੋਂ ਇਲਾਵਾ ਹੋਰ ਸਿਟੀਜ਼ਨ ਨੇ ਉਹ ਆਪਦਾ ਜੇਕਰ ਕੋਈ ਉਹਨਾਂ ਨੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ, ਕੋਈ ਸਟਾਰਟਅਪ ਸ਼ੁਰੂ ਕਰਨਾ ਹੈ ਤਾਂ ਉਹਦੇ ਲਈ ਵੀ 25% ਅਮਾਊਂਟ NPS ਵਿੱਚੋਂ ਕਢਵਾ ਸਕਦੇ ਨੇ। ਅੱਗੇ ਗੱਲ ਕਰਦੇ ਹਾਂ ਐਗਜ਼ਿਟ ਰੂਲਸ ਦੀ। ਐਗਜ਼ਿਟ ਰੂਲ ਦਾ ਮਤਲਬ ਇਸ ਪਲਾਨ ਨੂੰ NPS ਦੇ ਪਲਾਨ ਨੂੰ ਛੱਡਣਾ, ਇਸ ਵਿੱਚੋਂ ਆਪਦਾ ਸਾਰਾ ਪੈਸਾ ਹੀ ਕੱਢਣਾ। ਵੈਸੇ ਸਾਰਾ ਪੈਸਾ ਕੱਢਣਾ ਤਾਂ ਪੋਸੀਬਲ ਨਹੀਂ, ਕਿੰਨਾ ਆਪਾਂ ਕਢਵਾ ਸਕਦੇ ਹਾਂ ਉਹ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨਾਰਮਲ ਸੁਪਰ ਐਨੂਏਸ਼ਨ, ਯਾਨੀ ਕਿ ਜੇਕਰ ਤੁਹਾਡੀ ਨਾਰਮਲ ਰਿਟਾਇਰਮੈਂਟ ਹੋ ਜਾਂਦੀ ਹੈ ਤਾਂ ਉਦੋਂ ਰਿਟਾਇਰਮੈਂਟ ਦੀ ਉਮਰ ਵਿੱਚ ਯਾਨੀ ਕਿ 60 ਸਾਲ ਦੀ ਉਮਰ ਵਿੱਚ ਜਿੰਨੇ ਵੀ ਆਪਣੇ ਫੰਡ ਜਮ੍ਹਾਂ ਹੈਗੇ ਆ ਉਹਨਾਂ ਵਿੱਚੋਂ 40% ਦੀ ਐਨਯੂਟੀ ਲੈਣੀ ਬਹੁਤ ਜ਼ਰੂਰੀ ਹੈ। ਐਨਯੂਟੀ ਦਾ ਮਤਲਬ ਪੈਨਸ਼ਨ ਪਲਾਨ, ਜਿਹੜੀਆਂ ਉਹ 7 ਕੰਪਨੀਆਂ ਸੀ ਉਹਨਾਂ ਵਿੱਚੋਂ ਕਿਸੇ ਇੱਕ ਦਾ ਆਪਾਂ ਨੂੰ ਪੈਨਸ਼ਨ ਪਲਾਨ ਲੈਣਾ ਹੀ ਪੈਣਾ ਹੈ। ਤੇ ਬਾਕੀ ਜੋ 60% ਹੈ ਉਹ ਆਪਾਂ ਨੂੰ ਲਮਸਮ ਮਿਲ ਜੂਗਾ। ਉਸ 60% ਤੇ ਕੋਈ ਵੀ ਟੈਕਸ ਨਹੀਂ ਲੱਗੂਗਾ, ਪਰ ਜੋ 40% ਆਪਣਾ ਪੈਨਸ਼ਨ ਪਲਾਨ ਵਿੱਚ ਲੱਗਾ ਹੈ ਤੇ ਉਹਦੇ ਤੋਂ ਜੋ ਪੈਨਸ਼ਨ ਮਿਲੇਗੀ ਉਹਦੇ ਉੱਤੇ ਟੈਕਸ ਲੱਗੇਗਾ। ਹੁਣ ਇਹ ਜਿਹੜੇ ਪੈਨਸ਼ਨ ਪਲਾਨ ਹੈ ਇਹ ਵੀ ਅੱਗੇ ਕਈ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਬਾਰੇ ਆਪਾਂ ਕਿਸੇ ਹੋਰ ਵੀਡੀਓ 'ਚ ਡਿਸਕਸ ਕਰਾਂਗੇ। ਪਰ ਇਹਦੇ ਵਿੱਚ ਇੱਕ ਧਿਆਨ ਦੇਣ ਵਾਲੀ ਗੱਲ ਹੈ ਕਿ ਜੇਕਰ ਆਪਣਾ ਜੋ ਵੀ ਲਮਸਮ ਜਮ੍ਹਾਂ ਹੈ ਉਹ 5 ਲੱਖ ਤੋਂ ਘੱਟ ਹੈ ਜਾਂ 5 ਲੱਖ ਹੈ ਤਾਂ ਫਿਰ ਉਹ ਸਾਰੇ ਦਾ ਸਾਰਾ ਵੀ ਕਢਵਾਇਆ ਜਾ ਸਕਦਾ ਹੈ। ਫਿਰ ਗੱਲ ਕਰਦੇ ਹਾਂ ਸਬਸਕ੍ਰਾਈਬਰ ਦੀ ਡੈਥ ਹੋਣ ਤੇ। ਜੇ ਸਬਸਕ੍ਰਾਈਬਰ ਦੀ ਡੈਥ ਹੋ ਜਾਂਦੀ ਹੈ ਤਾਂ ਉਦੋਂ ਦੇਖੋ 80% ਤੱਕ ਜੋ ਪੈਸਾ ਹੈ ਉਹ ਐਨਯੂਟੀ ਵਿੱਚ ਜਮ੍ਹਾਂ ਕਰਨਾ ਪੈਣਾ ਹੈ। ਯਾਨੀ ਕਿ ਜੋ ਵੀ ਨੋਮੀਨੀ ਹੋਣਗੇ ਉਹਨਾਂ ਨੂੰ 80% ਦਾ ਪੈਨਸ਼ਨ ਪਲਾਨ ਲੈਣਾ ਪੈਣਾ ਹੈ ਤੇ ਸਿਰਫ 20% ਲਮਸਮ ਅਮਾਉਂਟ ਹੀ ਨੋਮੀਨੀ ਨੂੰ ਮਿਲਣੀ ਹੈ। ਤੇ ਜਿਹੜਾ 80% ਪੈਨਸ਼ਨ ਫੰਡ ਵਿੱਚ ਲਗਾਇਆ ਸੀਗਾ ਉਹਦੀ ਮੰਥਲੀ ਜੋ ਹੈ ਪੈਨਸ਼ਨ ਉਹ ਨੋਮੀਨੀ ਨੂੰ ਮਿਲਦੀ ਰਹਿਣੀ ਹੈ, ਜੋ ਆਮ ਤੌਰ ਤੇ ਸਪਾਊਸ ਹੋਊਗਾ, ਜਾਂ ਫਿਰ ਇੱਥੇ ਜੋ ਨੋਮੀਨੀ ਨੂੰ ਉਹਨਾਂ ਨੇ ਕੰਸੀਡਰ ਕੀਤਾ ਹੈ ਸਪਾਊਸ ਤੋਂ ਇਲਾਵਾ ਮਾਤਾ ਪਿਤਾ, ਤੇ ਜੇਕਰ ਮਾਤਾ ਪਿਤਾ ਨਹੀਂ ਉਦੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ ਕੰਸੀਡਰ ਕੀਤਾ ਹੈ। ਤੇ ਇੱਥੇ ਵੀ ਇਹ ਕੰਡੀਸ਼ਨ ਲਾਗੂ ਹੁੰਦੀ ਹੈ ਕਿ ਜੇਕਰ ਲਮਸਮ ਅਮਾਉਂਟ ਜੋ ਹੈ ਟੋਟਲ ਅਮਾਉਂਟ 100% ਉਹ 5 ਲੱਖ ਹੈ ਜਾਂ 5 ਲੱਖ ਤੋਂ ਘੱਟ ਹੈ ਤਾਂ ਉਹ ਫਿਰ ਸਾਰੀ ਦੀ ਸਾਰੀ ਹੀ ਨੋਮੀਨੀ ਦੁਆਰਾ ਜਾਂ ਲੀਗਲ ਹਾਇਰਸ ਦੁਆਰਾ ਕਢਵਾਈ ਜਾ ਸਕਦੀ ਹੈ। ਪਰ ਇੱਥੇ ਮੈਂ ਪੰਜਾਬ ਗਵਰਨਮੈਂਟ ਦੁਆਰਾ 8 ਅਕਤੂਬਰ 2021 ਨੂੰ ਜੋ ਨੋਟੀਫਿਕੇਸ਼ਨ ਆਇਆ ਹੈ ਉਸ ਦੀ ਗੱਲ ਕਰਨਾ ਚਾਹਾਂਗਾ, ਜੋ ਫੈਮਿਲੀ ਪੈਨਸ਼ਨ ਬਾਰੇ ਸੀ। ਉਸ ਨੋਟੀਫਿਕੇਸ਼ਨ ਵਿੱਚ ਆਪਣੇ ਕੋਲੋਂ ਅਨੈਕਸਚਰ 1 ਪ੍ਰਵਾਇਆ ਗਿਆ ਸੀ, ਜਿਹਦੇ ਵਿੱਚੋਂ ਆਪਸ਼ਨ ਲਈ ਗਈ ਸੀ ਕਿ ਤੁਸੀਂ ਫੈਮਿਲੀ ਪੈਨਸ਼ਨ ਅਡਾਪਟ ਕਰਨੀ ਚਾਹੁੰਦੇ ਹੋ ਜਾਂ NPS ਦੇ ਅਕੋਰਡਿੰਗ ਜੋ ਫੈਮਿਲੀ ਪੈਨਸ਼ਨ ਮਿਲ ਰਹੀ ਹੈ ਉਹ ਅਡਾਪਟ ਕਰਨਾ ਚਾਹੁੰਦੇ ਹੋ। ਤਾਂ ਉੱਥੇ ਮੇਰੇ ਹਿਸਾਬ ਨਾਲ ਜ਼ਿਆਦਾਤਰ ਕਰਮਚਾਰੀਆਂ ਨੇ ਪਹਿਲੀ ਆਪਸ਼ਨ ਹੀ ਪ੍ਰੈਫਰ ਕੀਤੀ ਸੀ, ਜੋ ਕਿ ਵਧੀਆ ਵੀ ਸੀ, ਜਿਹਦੇ ਵਿੱਚ ਕਰਮਚਾਰੀ ਨੂੰ ਡੈਥ ਤੋਂ ਬਾਅਦ ਜੋ 올ਡ ਪੈਨਸ਼ਨ ਸਿਸਟਮ ਵਾਲਾ ਹਿਸਾਬ ਸੀ ਉਸ ਦੀ ਫੈਮਿਲੀ ਨੂੰ ਉਹੀ ਪੈਨਸ਼ਨ ਮਿਲਣੀ ਸੀ। ਤਾਂ ਇਹ ਪੰਜਾਬ ਦੇ ਕਰਮਚਾਰੀਆਂ ਲਈ ਇੱਕ ਬਹੁਤ ਵਧੀਆ ਡਿਸੀਜਨ ਸੀਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪ੍ਰੀ ਮੈਚੁਰ ਐਗਜ਼ਿਟ ਦੀ, ਯਾਨੀ ਕਿ 60 ਸਾਲ ਦੀ ਪਹਿਲਾਂ ਦੀ ਉਮਰ ਤੋਂ ਜੇਕਰ ਕਿਸੇ ਵਿਅਕਤੀ ਨੇ ਨੌਕਰੀ ਛੱਡ ਦਿੱਤੀ ਹੈ ਜਾਂ ਹੋਰ ਕਿਸੇ ਕਾਰਨ ਕਰਕੇ ਉਹ ਨੌਕਰੀ ਕੰਟੀਨਿਊ ਨਹੀਂ ਕਰ ਸਕਿਆ ਤਾਂ ਉਦੋਂ ਕੀ ਹੋਊਗਾ, ਉਦੋਂ ਵੀ ਉਹਨੂੰ ਜੋ ਵੀ ਰਕਮ ਉਹਦੀ ਬਣੀ ਹੋਊਗੀ 100% ਵਿੱਚੋਂ 80% ਉਹਨੂੰ ਉਹਦਾ ਜੋ ਹੈ ਪੈਨਸ਼ਨ ਪਲਾਨ ਲੈਣਾ ਪਏਗਾ। ਸਿਰਫ 20% ਰਕਮ ਹੀ ਉਹਨੂੰ ਮਿਲੇਗੀ। ਤੇ ਇੱਥੇ ਇਹ ਕੰਡੀਸ਼ਨ ਹੈ ਕਿ ਜੇਕਰ ਉਹਦਾ ਟੋਟਲ ਜੋ ਬਣਿਆ ਹੋਇਆ ਪੈਸਾ ਹੈ ਉਹ 2.5 ਲੱਖ ਹੈ ਜਾਂ ਉਸ ਤੋਂ ਘੱਟ ਹੈ ਤਾਂ ਫਿਰ ਉਹ ਸਾਰੇ ਦਾ ਸਾਰਾ ਵੀ ਕਢਵਾ ਸਕਦਾ ਹੈ। ਤਾਂ ਇਸ ਕਰਕੇ ਸਮੇਂ ਤੋਂ ਪਹਿਲਾਂ ਰੈਜ਼ਿਗਨੇਸ਼ਨ ਦੇਣ ਵਾਲਿਆਂ ਨੂੰ ਜੋ ਹੈ ਪ੍ਰੀ ਮੈਚੁਰ ਐਗਜ਼ਿਟ ਵਿੱਚ
ਕਾਫੀ ਨੁਕਸਾਨ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਸਿਰਫ 20% ਰਕਮ ਹੀ ਮਿਲਦੀ ਹੈ ਤੇ 80% ਉਹਨਾਂ ਨੂੰ ਕੰਪਨੀਆਂ ਦੇ ਹਵਾਲੇ ਕਰ ਦੇਣੀ ਪੈਂਦੀ ਹੈ, ਜਿੱਥੇ ਵੱਖ-ਵੱਖ ਉਹਨਾਂ ਦੀਆਂ ਪੈਨਸ਼ਨ ਸਕੀਮਸ ਮਿਲਦੀਆਂ ਨੇ। ਹੁਣ ਇਹ ਜਿੰਨੀਆਂ ਵੀ ਆਪਾਂ ਹੁਣ ਤੱਕ ਗੱਲਾਂ ਕੀਤੀਆਂ ਨੇ, ਜਿੰਨੀਆਂ ਵੀ ਆਪਾਂ ਪ੍ਰੈਫਰੈਂਸ ਦੇਖੀਆਂ ਨੇ, ਉਹ ਟੀਅਰ 1 ਅਕਾਊਂਟ ਦੀਆਂ ਸੀ। ਹੁਣ ਕਈ ਵਾਰੀ ਤੁਸੀਂ ਟੀਅਰ 2 ਅਕਾਊਂਟ ਬਾਰੇ ਵੀ ਸੁਣਿਆ ਹੋਣਾ। ਉਹ ਟੀਅਰ 2 ਅਕਾਊਂਟ ਕੀ ਹੈ ਕਿ ਇਹ ਇੱਕ ਸੇਵਿੰਗ ਕਮ ਇਨਵੈਸਟਮੈਂਟ ਅਕਾਊਂਟ ਹੈ। ਟੀਅਰ 2 ਅਕਾਊਂਟ ਵਿੱਚ ਆਪਾਂ ਨੂੰ ਕੋਈ ਵੀ ਟੈਕਸ ਬੈਨੀਫਿਟ ਨਹੀਂ ਮਿਲਦਾ ਜੋ ਟੀਅਰ 1 ਵਿੱਚ ਮਿਲਦਾ ਸੀ, ਤੇ ਇਹਦੇ ਵਿੱਚ 3 ਸਾਲ ਦਾ ਲੌਕ ਇਨ ਪੀਰੀਅਡ ਹੈ, ਯਾਨੀ ਕਿ ਇਹਦੇ ਵਿੱਚ ਆਪਾਂ ਜੋ ਅਮਾਊਂਟ ਜਮ੍ਹਾਂ ਕਰਵਾਈ ਹੈ ਉਹ ਆਪਾਂ 3 ਸਾਲ ਬਾਅਦ ਕਢਵਾ ਸਕਦੇ ਹਾਂ। ਜਿਵੇਂ ਟੀਅਰ 1 ਅਕਾਊਂਟ ਵਿੱਚ ਜੋ ਹੈ ਉਹ 60 ਸਾਲ ਦੀ ਉਮਰ ਹੋਣ ਤੋਂ ਬਾਅਦ ਜਾਂ ਪ੍ਰੀ ਮੈਚਿਓਰ ਵਿੱਚ ਕੁਝ ਕੰਡੀਸ਼ਨਾਂ ਦੇ ਕਾਰਨ ਹੀ ਆਪਾਂ ਕੁਝ ਰਕਮ ਹੀ ਕਢਵਾ ਸਕਦੇ ਹਾਂ, ਪਰ ਇਹਦੇ ਵਿੱਚ ਸਾਰੀ ਰਕਮ ਹੀ ਕਢਵਾ ਸਕਦੇ ਹਾਂ। ਪਰ ਟੀਅਰ 2 ਅਕਾਊਂਟ ਉਦੋਂ ਹੀ ਖੋਲ੍ਹ ਸਕਦੇ ਹਾਂ ਜੇਕਰ ਤੁਹਾਡੇ ਕੋਲ ਟੀਅਰ 1 ਅਕਾਊਂਟ ਹੈ, ਜੋ ਆਪਾਂ ਪਹਿਲਾਂ ਗੱਲ ਕਰਕੇ ਆਏ ਹਾਂ। ਤਾਂ ਅਕਾਊਂਟ ਓਪਨਿੰਗ ਦੇ ਲਈ ਸ਼ੁਰੂ ਵਿੱਚ ਆਪਾਂ ਨੂੰ 1000 ਰੁਪਇਆ ਜਮ੍ਹਾਂ ਕਰਵਾਉਣਾ ਪੈਂਦਾ ਟੀਅਰ 2 ਅਕਾਊਂਟ ਵਿੱਚ, ਤੇ ਉਸ ਤੋਂ ਬਾਅਦ ਘੱਟੋ ਘੱਟ 250 ਰੁਪਏ ਆਪਾਂ ਜੋ ਹੈ ਉਹ ਕੰਟਰੀਬਿਊਸ਼ਨ ਕਰ ਸਕਦੇ ਹਾਂ ਮੰਥਲੀ ਜਾਂ ਈਅਰਲੀ ਆਪਦੇ ਅਕੋਰਡਿੰਗ। ਤੇ ਇਹਦੇ ਵਿੱਚ ਵਿਡਰਾਲ ਤੇ ਕੋਈ ਰਿਸਟ੍ਰਿਕਸ਼ਨਸ ਨਹੀਂ, ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ 3 ਸਾਲ ਤੋਂ ਬਾਅਦ ਆਪਾਂ ਕਿੰਨੇ ਵੀ ਪੈਸੇ ਕਿਸੇ ਵੀ ਹਿਸਾਬ ਨਾਲ ਕਢਵਾ ਸਕਦੇ ਹਾਂ। ਹੁਣ ਗੱਲ ਕਰਦੇ ਹਾਂ ਕੁਝ ਆਮ ਤੌਰ ਤੇ ਪੁੱਛੇ ਜਾਣ ਵਾਲੇ ਪ੍ਰਸ਼ਨਸ ਦੇ। ਤਾਂ ਜਿਵੇਂ ਆਪਣੇ ਸਾਹਮਣੇ ਪ੍ਰਸ਼ਨ ਆਉਂਦਾ ਹੈ ਵੀ ਕੀ ਜਿਹੜੀਆਂ ਇਹਦੇ ਵਿੱਚ ਰਿਟਰਨਸ ਆਪਾਂ ਨੂੰ ਦੱਸੀਆਂ ਜਾਂਦੀਆਂ ਨੇ ਵੱਖ-ਵੱਖ ਕੰਪਨੀਆਂ ਦੁਆਰਾ ਵੀ ਸ਼ੇਅਰ ਮਾਰਕੀਟ 'ਚੋਂ ਇੰਨੀ ਰਿਟਰਨ ਆ ਗਈ ਜਾਂ ਕੀ ਆ ਗਿਆ, ਕੀ ਇਹ ਗਰੰਟਿਡ ਨੇ ਵੀ ਗਰੰਟੀ ਨਾਲ ਹੀ ਆਪਾਂ ਨੂੰ ਇਹ ਆਪਣਾ ਪੈਸਾ ਮਿਲੂਗਾ? ਤਾਂ ਨਹੀਂ, ਕਿਉਂਕਿ ਸ਼ੇਅਰ ਮਾਰਕੀਟ ਵਿੱਚ ਜੋ ਵੀ ਪੈਸਾ ਲੱਗਾ ਹੁੰਦਾ ਉਹਦੀ ਕਦੇ ਵੀ ਕੋਈ ਵੀ ਗਰੰਟੀ ਨਹੀਂ ਹੁੰਦੀ। ਫਿਰ ਦੂਜਾ ਪ੍ਰਸ਼ਨ ਆਪਣੇ ਸਾਹਮਣੇ ਆਉਂਦਾ ਹੈ ਵੀ ਕੀ ਜਿਹੜਾ ਸਬਸਕ੍ਰਾਈਬਰ ਹੈਗਾ ਉਹਨੂੰ ਲੋਨ ਮਿਲ ਸਕਦਾ ਹੈ ਉਹਦੀ ਆਪਣੀ NPS ਅਕਾਊਂਟ ਦੇ ਉੱਪਰ ਜੋ ਪੈਸਾ ਜਮ੍ਹਾਂ ਹੈ ਉਹਦੇ ਤੇ? ਤਾਂ ਉਹਦਾ ਆਨਸਰ ਵੀ ਹੈ ਨਹੀਂ, ਕੋਈ ਲੋਨ ਨਹੀਂ ਮਿਲਦਾ। ਫਿਰ ਆਪਣੇ ਸਾਹਮਣੇ ਆਉਂਦਾ ਹੈ ਵੀ ਕਰਮਚਾਰੀ ਜਿਹੜਾ ਹੈਗਾ ਉਹ ਪਾਰਸ਼ਲ ਵਿਡਰਾਲ ਲੈ ਸਕਦਾ ਕੋਵਿਡ ਦੇ ਲਈ, ਕਿਉਂਕਿ ਆਪਾਂ ਕਿਹਾ ਸੀ ਕਿ ਗੰਭੀਰ ਬਿਮਾਰੀਆਂ ਦੇ ਰੂਪ ਵਿੱਚ, ਤਾਂ ਕੋਵਿਡ ਨੂੰ ਵੀ ਇੱਕ ਗੰਭੀਰ ਬਿਮਾਰੀ ਗਿਣਿਆ ਗਿਆ ਹੈ। ਜੇਕਰ ਇਹ ਗੰਭੀਰ ਹੋ ਜਾਂਦੀ ਹੈ ਤਾਂ ਹਾਂ, ਤੁਸੀਂ ਉਹ 25% ਵਾਲਾ ਹਿੱਸਾ ਕੋਵਿਡ ਦੀ ਹੋਣ ਦੀ ਸਥਿਤੀ ਵਿੱਚ ਕਢਵਾ ਸਕਦੇ ਹੋ। ਹੁਣ ਗੱਲ ਕਰਦੇ ਹਾਂ ਵੀ NPS ਟਰਸਟ ਜਿਹੜਾ ਹੈ ਵੀ ਇਹ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਕਿ ਪ੍ਰਾਈਵੇਟ ਹੈ? ਤਾਂ NPS ਟਰਸਟ ਜਿਹੜਾ ਹੈ ਉਹ ਗਵਰਨਮੈਂਟ ਆਰਗੇਨਾਈਜੇਸ਼ਨ ਹੀ ਹੈ, PFRDA ਦੇ ਅੰਡਰ। ਹੁਣ CRA ਆ, ਸੈਂਟਰਲ ਰਿਕਾਰਡ ਕੀਪਿੰਗ ਏਜੰਸੀ ਜੋ ਹੈ ਪ੍ਰੋਟੀਨ, ਕੀ ਉਹ ਗਵਰਨਮੈਂਟ ਏਜੰਸੀ ਹੈ? ਨਹੀਂ, ਉਹ ਇੱਕ ਪਬਲਿਕ ਕੰਪਨੀ ਹੈ। ਉਹਨੇ ਗਵਰਨਮੈਂਟ ਨਾਲ ਟਾਈ ਅਪ ਕੀਤਾ ਹੋਇਆ ਹੈ ਵੀ ਸਾਰੇ ਕਰਮਚਾਰੀਆਂ ਦਾ ਉਹ ਰਿਕਾਰਡ ਰੱਖੇਗੀ, ਉਹਨਾਂ ਦੇ ਪੈਸੇ ਦੇ ਲੈਣ ਦੇਣ ਦਾ, ਤੇ ਇਹਦੇ ਬਦਲੇ 'ਚ ਉਹ ਗਵਰਨਮੈਂਟ ਤੋਂ ਫੀਸ ਵੀ ਲੈਂਦੀ ਹੈ। ਹੁਣ ਗੱਲ ਕਰਦੇ ਹਾਂ ਵੀ NPS ਓਲਡ ਪੈਨਸ਼ਨ ਸਿਸਟਮ ਤੋਂ ਵਧੀਆ ਹੈ? ਨਹੀਂ, ਬਿਲਕੁਲ ਹੀ ਵਧੀਆ ਨਹੀਂ, ਕਿਉਂਕਿ ਇਹਦੇ ਵਿੱਚ ਰਿਟਰਨ ਗਰੰਟਿਡ ਨਹੀਂ ਹੈਗੀਆਂ, ਜਦੋਂ ਕਿ ਓਲਡ ਪੈਨਸ਼ਨ ਸਿਸਟਮ ਵਿੱਚ ਆਪਾਂ ਨੂੰ ਜੋ ਪੈਨਸ਼ਨ ਸੀ ਉਹ ਗਰੰਟਿਡ ਸੀ। ਕਰਮਚਾਰੀ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਉਹਦੀ ਪੈਨਸ਼ਨ ਇੰਨੀ ਬਣਨੀ ਹੀ ਬਣਨੀ, ਪਰ NPS ਵਿੱਚ ਕੋਈ ਪਤਾ ਨਹੀਂ ਕਿੰਨੀ ਪੈਨਸ਼ਨ ਬਣੇ, ਵੈਸੇ ਬਹੁਤ ਹੀ ਘੱਟ ਬਣਦੀ ਹੈ ਪੈਨਸ਼ਨ। ਤਾਂ ਗੱਲ ਕਰਦੇ ਹਾਂ ਵੀ ਕੀ ਕਿਸੇ ਵੀ ਕਰਮਚਾਰੀ ਲਈ ਜਦੋਂ ਰਿਟਾਇਰ ਹੋ ਜਾਂਦਾ ਹੈ ਅਖੀਰ ਤੇ ਜਾ ਕੇ ਵੀ ਐਨਯੂਟੀ ਪਲਾਨ ਲੈਣਾ ਜ਼ਰੂਰੀ ਹੈ, ਜੋ ਪੈਨਸ਼ਨ ਸਕੀਮ ਲੈਣੀ ਉਹ ਜ਼ਰੂਰੀ ਹੈ? ਤਾਂ ਹਾਂ, ਬਿਲਕੁਲ ਜ਼ਰੂਰੀ। ਉਹਦਾ ਕੋਈ ਹੱਲ ਨਹੀਂ ਸਰਕਾਰ ਨੇ ਛੱਡਿਆ ਹੋਇਆ, ਇਸੇ ਕਰਕੇ ਪੁਰਾਣੀ ਸਕੀਮ ਲਈ ਰੌਲਾ ਪੈ ਰਿਹਾ ਹੈ। ਤਾਂ ਸਟੇਟ ਗਵਰਨਮੈਂਟਸ ਕੀ ਰਿਵਰਟ ਬੈਕ ਕਰ ਸਕਦੀਆਂ ਨੇ ਓਲਡ ਪੈਨਸ਼ਨ ਸਿਸਟਮ ਤੇ? ਹਾਂਜੀ, ਬਿਲਕੁਲ ਕਰ ਸਕਦੀਆਂ ਨੇ, ਕਿਉਂਕਿ ਜੋ ਸਟੇਟ ਗਵਰਨਮੈਂਟ ਨੇ ਉਹ ਆਪਦੀ ਮਰਜ਼ੀ ਨਾਲ ਹੀ ਉਹਨਾਂ ਨੇ ਓਲਡ ਪੈਨਸ਼ਨ ਸਿਸਟਮ ਲਾਗੂ ਕੀਤੀ ਸੀ ਤੇ ਆਪਦੀ ਮਰਜ਼ੀ ਨਾਲ ਹੀ ਛੱਡ ਸਕਦੀਆਂ ਨੇ। ਸੈਂਟਰਲ ਗਵਰਨਮੈਂਟ ਨੇ ਕੋਈ ਉਹਨਾਂ ਤੇ ਬੰਦਿਸ਼ ਨਹੀਂ ਲਗਾਈ ਸੀ। ਕਾਫੀ ਸਟੇਟ ਗਵਰਨਮੈਂਟਸ ਇਸ ਤੋਂ ਵਾਪਸ ਆ ਰਹੀਆਂ ਨੇ, ਜਿਵੇਂ ਰਾਜਸਥਾਨ, ਛੱਤੀਸਗੜ੍ਹ ਦੀ ਹੋ ਗਈ ਸਰਕਾਰ, ਤੇ ਹੁਣ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਹੈ ਕਿ ਓਲਡ ਪੈਨਸ਼ਨ ਸਕੀਮ ਲਾਗੂ ਕਰੂਗੀ। ਹੁਣ ਕਦੋਂ ਲਾਗੂ ਕਰਦੀ ਹੈ ਉਹ ਦੇਖਣ ਵਾਲੀ ਗੱਲ ਹੈ। ਇੱਕ ਪ੍ਰਸ਼ਨ ਆਉਂਦਾ ਹੈ ਫੈਕਟਾ ਦੇ ਬਾਰੇ ਵਿੱਚ। ਜਦੋਂ ਵੀ ਨਵੇਂ ਕਰਮਚਾਰੀਆਂ ਤੋਂ NPS ਦਾ ਖਾਤਾ ਖੁਲਵਾਇਆ ਜਾਂਦਾ ਹੈ ਤਾਂ ਉਦੋਂ ਇੱਕ ਫੈਕਟਾ ਦਾ ਫਾਰਮ ਭਰਾਇਆ ਜਾਂਦਾ ਹੈ। ਹੁਣ ਉਹ ਫੈਕਟਾ ਕੀ ਹੈ? ਫੈਕਟਾ ਅਸਲ ਵਿੱਚ ਫੋਰਨ ਅਕਾਊਂਟ ਟੈਕਸ ਕੰਪਲਾਇੰਸ ਐਕਟ ਹੈ, ਜਿਹੜਾ USA ਨੇ ਬਣਾਇਆ ਸੀਗਾ। USA 'ਚ ਜਿਵੇਂ ਆਪਣੇ ਫਾਈਨੈਂਸ ਡਿਪਾਰਟਮੈਂਟ ਹੁੰਦਾ ਹੈ, ਉਵੇਂ ਉੱਥੇ ਟ੍ਰੈਜ਼ਰੀ ਡਿਪਾਰਟਮੈਂਟ ਤੇ ਰੈਵਨਿਊ ਡਿਪਾਰਟਮੈਂਟ ਨੇ ਤਾਂ ਬਣਾਇਆ ਸੀਗਾ ਕਿ USA ਦੇ ਸਿਟੀਜ਼ਨ ਜਿਹੜੇ ਹੈਗੇ ਆ ਉਹ ਟੈਕਸ ਚੋਰੀ ਕਰਨ ਦੇ ਲਈ ਵੱਖ-ਵੱਖ ਬੈਂਕਾਂ ਜਾਂ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈਗੇ ਆ ਉੱਥੇ ਪੈਸਾ ਜਮ੍ਹਾਂ ਨਾ ਕਰਵਾ ਸਕਣ। ਤੇ ਭਾਰਤ ਸਰਕਾਰ ਨੇ ਕਿਉਂਕਿ USA ਨਾਲ ਇੰਟਰ ਗਵਰਨਮੈਂਟ ਜਿਹੜੀਆਂ ਹੈਗੀਆਂ ਸੰਧੀਆਂ ਉਹਨਾਂ ਤੇ ਸਾਈਨ ਕੀਤੇ ਹੋਏ ਆ, ਇਸੇ ਕਰਕੇ ਜੋ ਫੈਕਟਾ ਹੈਗਾ ਉਹ ਭਾਰਤ ਸਰਕਾਰ ਨੇ ਵੀ 1 ਜੁਲਾਈ 2014 ਤੋਂ ਲਾਗੂ ਕਰ ਦਿੱਤਾ ਤੇ ਹਰੇਕ ਕਰਮਚਾਰੀ ਜੋ 1 ਜੁਲਾਈ 2014 ਤੋਂ ਬਾਅਦ ਭਰਤੀ ਹੋਇਆ ਹੈ ਉਹਨੂੰ ਫੈਕਟਾ ਦਾ ਫਾਰਮ ਭਰ ਕੇ ਦੇਣਾ ਜ਼ਰੂਰੀ ਹੈ। ਇੱਕ ਹੋਰ ਪ੍ਰਸ਼ਨ ਆਪਣੇ ਦਿਮਾਗ ਵਿੱਚ ਆਉਂਦਾ ਹੈ ਕਿ ਕੀ ਜਦੋਂ ਕਰਮਚਾਰੀ ਆਪਦੀ ਜੌਬ ਬਦਲਦਾ ਹੈ
ਉਹ ਕਿਸੇ ਇੱਕ ਮਹਿਕਮੇ 'ਚੋਂ ਦੂਜੇ ਮਹਿਕਮੇ 'ਚ ਚਲਾ ਜਾਂਦਾ ਹੈ, ਜਾਂ ਸੈਂਟਰਲ ਗਵਰਨਮੈਂਟ 'ਚੋਂ ਸਟੇਟ ਗਵਰਨਮੈਂਟ 'ਚ ਆ ਜਾਂਦਾ ਹੈ, ਜਾਂ ਸਟੇਟ ਗਵਰਨਮੈਂਟ 'ਚੋਂ ਸੈਂਟਰਲ ਗਵਰਨਮੈਂਟ 'ਚ ਆ ਜਾਂਦਾ ਹੈ, ਤਾਂ ਕੀ ਉਹਨੂੰ NPS ਦਾ ਖਾਤਾ ਦੁਬਾਰਾ ਖੁਲਵਾਉਣਾ ਪਏਗਾ? ਤੇ ਇਹਦਾ ਉੱਤਰ ਹੈ ਨਹੀਂ, ਕਿਉਂਕਿ ਆਪਾਂ ਨੂੰ ਇੱਕ PRAN ਨੰਬਰ ਦਿੱਤਾ ਜਾਂਦਾ ਹੈ। ਜਿਵੇਂ ਆਪਣਾ PAN ਨੰਬਰ ਹੁੰਦਾ ਹੈ, ਪਰਮਾਨੈਂਟ ਅਕਾਊਂਟ ਨੰਬਰ ਟੈਕਸ ਭਰਨ ਦੇ ਲਈ, ਉਸੇ ਤਰ੍ਹਾਂ ਇੱਕ PRAN ਨੰਬਰ ਹੁੰਦਾ ਹੈ ਜਿਹਨੂੰ ਆਪਾਂ ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ ਕਹਿ ਦਿੰਦੇ ਹਾਂ। ਕਿਉਂਕਿ ਉਹ ਪਰਮਾਨੈਂਟ ਹੈ, ਉਹ ਇੱਕੋ ਹੀ ਰਹੂਗਾ, ਇਸ ਲਈ NPS ਦਾ ਦੁਬਾਰਾ ਖਾਤਾ ਖੁਲਵਾਉਣ ਦੀ ਲੋੜ ਨਹੀਂ ਪੈਂਦੀ। ਬਸ ਉਹਦੇ 'ਚ ਆਪਾਂ ਨੂੰ ਇੱਕ ਫਾਰਮ ਭਰ ਕੇ ਦੇਣਾ ਪੈਂਦਾ ਹੈ ਤੇ ਆਪਣੀ ਜੋ ਡਿਟੇਲ ਹੈ ਉਹ ਚੇਂਜ ਹੋ ਜਾਂਦੀ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ। ਮੈਨੂੰ ਉਮੀਦ ਹੈ ਕਿ ਅੱਜ ਦੀ ਵੀਡੀਓ 'ਚ ਤੁਹਾਨੂੰ NPS ਬਾਰੇ ਬਹੁਤ ਜਾਣਕਾਰੀ ਮਿਲੀ ਹੋਊਗੀ। ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰ ਦਿਓ ਤੇ ਆਪਦੇ ਫਰੈਂਡਸ ਦੇ ਨਾਲ ਸ਼ੇਅਰ ਕਰ ਦਿਓ। ਥੈਂਕ ਯੂ।